ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ। ਮੈਂ ਹਾਂ ਸੰਦੀਪ ਸ਼ਰਮਾ। 25 ਦਸੰਬਰ ਯਾਨੀ ਕ੍ਰਿਸਮਸ ਨੂੰ ਸਿਰਫ 2 ਦਿਨ ਬਾਕੀ ਹੈਗੇ ਆ। ਤੁਹਾਨੂੰ ਅੱਜ ਅਸੀਂ ਦੈਨਿਕ ਸਵੇਰਾ ਟੀਵੀ ਰਾਣੀ ਲੁਧਿਆਣਾ ਦੀ ਉਸ ਪੁਰਾਣੀ ਤੇ ਇਤਿਹਾਸਿਕ ਚਰਚ ਤੁਹਾਨੂੰ ਦਿਖਾਉਣ ਜਾ ਰਹੇ ਹਾਂ, ਜਿਹਦਾ ਕਿ ਲੁਧਿਆਣਾ ਸ਼ਹਿਰ ਵਾਸੀਆਂ ਨੂੰ ਵੀ ਇਸ ਇਤਿਹਾਸਿਕ ਤੇ ਸਭ ਤੋਂ ਪੁਰਾਣੀ ਜਿਹੜੀ ਚਰਚ ਹੈਗੀ ਆ ਉਸ ਦਾ ਪਤਾ ਤੱਕ ਨਹੀਂ ਹੈ। ਔਰ ਤੁਹਾਨੂੰ ਦੱਸ ਜਿਹੜੀ ਇਹ ਚਰਚ ਹੈਗੀ ਆ, ਇਹ ਲੁਧਿਆਣਾ ਸ਼ਹਿਰ ਦੇ ਪੌਸ਼ ਇਲਾਕੇ ਔਰ ਬਿਲਕੁਲ ਸੈਂਟਰ ਪੁਆਇੰਟ ਦੇ ਵਿੱਚ ਸਥਿਤ ਹੈਗੀ ਹੈ। ਯਾਨੀ ਕਿ 1836 ਸੰਨ ਦੀ ਬਣੀ ਇੱਕ ਐਂਗਲਿਕ ਚਰਚ ਨਾਮ ਦੇ ਨਾਂ 'ਤੇ ਚਰਚ ਜਾਣੀ ਜਾਂਦੀ ਹੈ, ਜਿਹੜੀ ਲੁਧਿਆਣਾ ਦੇ ਫਾਊਂਟਨ ਚੌਂਕ ਦੇ ਕੋਲ ਹੈਗੀ ਹੈ। ਲੇਕਿਨ ਲੋਕਾਂ ਨੂੰ ਇਸ ਬਾਰੇ ਬਿਲਕੁਲ ਵੀ ਪਤਾ ਨਹੀਂ ਹੈ। ਤੋ ਆਓ ਤੁਹਾਨੂੰ ਅੱਜ ਅਸੀਂ ਲੁਧਿਆਣਾ ਦੇ ਉਸ ਚਰਚ ਦੇ ਰੂਬਰੂ ਕਰਾਉਂਦੇ ਹਾਂ, ਜਿਹੜੀ 1836 ਸੰਨ ਦੀ ਲੁਧਿਆਣਾ ਦੇ ਸੈਂਟਰ ਯਾਨੀ ਪੌਸ਼ ਏਰੀਏ ਦੇ ਵਿੱਚ ਬਣੀ ਹੋਈ ਹੈ। ਸੋ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਫਾਊਂਟਨ ਚੌਂਕ ਦੇ ਵਿੱਚ, ਜਿਹੜੀ ਐਂਗਲਿਕ ਨਾਮ ਦੇ ਨਾਲ ਜਿਹੜੀ ਇਹ ਚਰਚ ਜਾਣੀ ਜਾਂਦੀ ਹੈ। ਜਿਹੜਾ ਇਤਿਹਾਸ ਹੈ ਵੀ 1836 ਸੰਨ ਦੇ ਵਿੱਚ ਇਹ ਜਿਹੜੀ ਚਰਚ ਹੈ ਉਹ ਇੱਥੇ ਐਸਟੈਬਲਿਸ਼ ਹੋਈ, ਯਾਨੀ ਕਿ ਬਣੀ ਗਈ ਸੀ। ਸੋ ਇਹਦਾ ਇੱਕ ਪੁਰਾਤਨ ਇਤਿਹਾਸ ਵੀ ਹੈਗਾ ਆ। ਤੋ ਕੋਸ਼ਿਸ਼ ਕਰਦੇ ਹਾਂ ਇਸ ਐਂਗਲਿਕ ਜਿਹੜੀ ਚਰਚ ਹੈਗੀ, ਤੁਹਾਨੂੰ ਪਹਿਲਾਂ ਤਸਵੀਰਾਂ ਦਿਖਾਉਂਦੇ ਹਾਂ ਵੀ ਜਿਹੜੀ ਚਰਚ ਬਣੀ ਹੈ ਇਹ ਪੁਰਾਣੇ ਜ਼ਮਾਨੇ ਦੀ ਬਣੀ ਹੋਈ ਹੈ। ਇਸ ਨੂੰ ਕੋਈ ਵੀ ਜ਼ਿਆਦਾ ਰੈਨੋਵੇਸ਼ਨ ਨਹੀਂ ਕੀਤਾ ਗਿਆ ਔਰ ਜੋ ਐਜ਼ ਪਹਿਲਾਂ ਬਣੀ ਸੀ ਉੱਦਾਂ ਹੀ ਜਿਹੜੇ ਪੁਰਾਣੀਆਂ ਇਮਾਰਤਾਂ ਬਣਦੀਆਂ ਸੀ ਉਸ ਜ਼ਮਾਨੇ ਦੇ ਵਿੱਚ, ਇਹ ਉਹ ਚਰਚ ਹੈਗੀ ਹੈ। ਐਂਗਲਿਕ ਚਰਚ ਨਾਂ 'ਤੇ ਜਾਣੀ ਜਾਂਦੀ ਹੈ। ਲੁਧਿਆਣਾ ਦੇ ਫਾਊਂਟੇਨ ਚੌਂਕ ਦੇ ਬਿਲਕੁਲ ਵਿੱਚ ਚੌਂਕ ਦੇ ਵਿੱਚ ਇਹ ਚਰਚ ਹੈਗੀ ਹੈ। ਬੜਾ ਵੱਡਾ ਇਤਿਹਾਸ ਹੈਗਾ ਇਸ ਚਰਚ ਦਾ ਔਰ ਅੰਗਰੇਜ਼ਾਂ ਦੇ ਜ਼ਮਾਨੇ ਤੋਂ ਵੀ ਪਹਿਲਾਂ ਯਾਨੀ ਕਿ ਇਹ ਬਣੀ ਹੋਈ ਸੀ। ਲੇਕਿਨ ਤੁਸੀਂ ਦੇਖ ਸਕਦੇ ਹੋ ਤਸਵੀਰਾਂ, ਇਹਦੀ ਜਿਹੜੀ ਬਣਾਵਟ ਹੈਗੀ ਹੈ, ਬਿਲਡਿੰਗ ਜਿਹੜੀ ਬਣਾਵਟ ਹੈਗੀ ਹੈ ਉਹ ਬਿਲਕੁਲ ਪੁਰਾਣੇ ਜ਼ਮਾਨੇ ਦੀ ਹੈਗੀ ਹੈ। ਦਰਵਾਜ਼ੇ ਤੁਸੀਂ ਦੇਖ ਸਕਦੇ ਹੋ, ਬਿਲਕੁਲ ਲੱਕੜ ਦੇ ਦਰਵਾਜ਼ੇ ਜਿਹੜੇ ਪੁਰਾਣੇ ਜ਼ਮਾਨੇ ਲੱਗੇ ਹੁੰਦੇ ਸੀ, ਸੇਮ ਉਹੀ ਦਰਵਾਜ਼ੇ ਇਹਦੇ ਹੈਗੇ ਆ ਪੁਰਾਣੇ। ਔਰ ਜਿਹੜੀ ਬਿਲਡਿੰਗ ਦੀ ਜਿਹੜੀ ਬਣਾਵਟ ਹੈਗੀ ਆ, ਇਸ ਇਮਾਰਤ ਜਿਹੜੀ ਚਰਚ ਦੀ ਇਮਾਰਤ ਦੀ ਜਿਹੜੀ ਬਣਾਵਟ ਹੈਗੀ ਆ ਉਹ ਵੀ ਉਹ ਪੁਰਾਣੇ ਜਿਹੜੇ ਜ਼ਮਾਨੇ ਜਿਹੜੇ ਹੁੰਦੇ ਸੀ ਕਾਰੀਗਰ, ਉਹਨਾਂ ਦੁਆਰਾ ਇਹ ਬਣੀ ਗਈ ਸੀ। ਸੋ ਤਸਵੀਰਾਂ ਲੁਧਿਆਣਾ ਦੇ ਫਾਊਂਟੇਨ ਚੌਂਕ ਦੇ ਜਿਹੜੀ ਚੌਂਕ ਦੇ ਵਿੱਚ ਹੀ ਸਥਾਪਿਤ ਹੈਗੀ ਹੈ। ਐਂਗਲਿਕ ਨਾਮ ਦੀ ਚਰਚ ਹੈ। ਮੈਂ ਨਾ ਇਸ ਜਿਹੜੇ ਚਰਚ ਦੇ ਜਿਹੜੇ ਸੰਚਾਲਕ ਹੈਗੇ ਆ, ਮੈਂ ਉਹਨਾਂ ਨਾਲ ਤੁਹਾਨੂੰ ਗੱਲਬਾਤ ਕਰਾਵਾਂਗਾ ਔਰ ਇਸ ਚਰਚ ਦਾ ਕੁਝ ਇਤਿਹਾਸ ਦੱਸਾਂਗਾ। ਸੋ ਮੈਂ ਤੁਹਾਨੂੰ ਰੂਬਰੂ ਕਰਾਉਣ ਜਾ ਰਿਹਾ ਇਸ ਸਤਿ ਸ਼੍ਰੀ ਅਕਾਲ ਤੁਹਾਡਾ जी। ਕੀ ਨਾਮ ਤੁਹਾਡਾ ਜੀ? मैं सिस्टर पैमेला हूँ और ਚਰਚ ਹੈ ਸਭ ਤੋਂ ਪੁਰਾਣੀ ਹੈ, ਲੋਕਾਂ ਨੂੰ ਪਤਾ ਨਹੀਂ ਕੀ ਇਤਿਹਾਸ ਹੈ, ਕਿੰਨੇ ਸੰਨ 'ਚ ਬਣੀ ਸੀ? इसका जो नींव पत्थर रखा गया था वो 1836 में, और जो कॉन्सिक्रेशन हुआ था स्टार्ट हुआ था 1840 में। तब इतनी पुरानी है, ब्रिटिशर्स के टाइम का है। सो ये सिर्फ इसमें PCS and IS ऑफिसर्स आ सकते थे और लोग नहीं, क्योंकि तभी छोटा बनाया है। ਇਹ ਗੱਲ ਸੀ ਜਿਹੜੀ ਇਹਦਾ ਇਤਿਹਾਸ ਹੋਰ ਇਸ ਤੋਂ ਪੁਰਾਣਾ ਕੀ ਇਤਿਹਾਸ ਇਸ ਚਰਚ ਨੂੰ, ਜਿਹੜਾ ਇੰਨਾ ਪੁਰਾਣੀ ਚਰਚ ਹੈਗੀ ਲੋਕਾਂ ਨੂੰ ਪਤਾ ਹੀ ਨਹੀਂ ਹੈ। ਲੋਕੀ ਜ਼ਿਆਦਾਤਰ ਲੁਧਿਆਣਾ ਦੀ ਗੱਲ ਕਰਦੇ, ਲੁਧਿਆਣਾ ਜ਼ਿਆਦਾ CNA ਚਰਚ ਜਾਂ ਸਰਾਭਾ ਨਗਰ ਚਰਚ ਹੈਗੀ ਉੱਥੇ ਲੋਕੀ ਜਾਂਦੇ ਆ। ਇਸ ਇਤਿਹਾਸ ਮੇਨ ਕੀ ਹੈ? ਇਹਦਾ ਮੇਨ ਇਹ ਹੈ ਕਿ ਐਕਚੁਅਲੀ ਇਹ ਜਿਹੜੇ ਬ੍ਰਿਟਿਸ਼ਰ ਸੀਗੇ ਉਹ ਐਂਗਲੀਕਨ ਚਰਚ ਦੇ ਸੀਗੇ। ਤੋ ਪਹਿਲਾਂ ਜਿਹੜੇ ਰਾਜ ਕਰ ਰਹੇ ਸੀ ਉਹ ਐਂਗਲੀਕਨ ਸੀਗੇ, ਤਾਂ ਐਂਗਲੀਕਨਸ ਨੇ ਇਹ ਬਣਾਇਆ ਸੀ ਚਰਚ। ਤੇ ਇਸ ਕਰਕੇ ਹੁਣ ਤਾਂ ਬਹੁਤ ਕਾਫੀ ਮਿਸ਼ਨਸ ਬਣ ਗਈਆਂ, ਹੋਰ ਗਰੁੱਪਸ ਬਣ ਗਏ, ਇਸ ਲਈ ਸ਼ਾਇਦ ਲੋਕ ਨਹੀਂ ਜਾਣਦੇ ਜ਼ਿਆਦਾ। ਦੇਖੋ ਸ਼ਹਿਰ ਦੇ ਵਿੱਚੋਂ ਵਿੱਚ ਬੜਾ ਪੌਸ਼ ਏਰੀਆ, ਫਾਊਂਟੇਨ ਚੌਂਕ ਲੁਧਿਆਣਾ ਬੜਾ ਫੇਮਸ ਔਰ ਪੌਸ਼ ਏਰੀਆ ਹੈਗਾ ਉਹਦੇ ਵਿੱਚੋਂ। ਔਰ ਇਸ ਚਰਚ ਨੂੰ ਜਿਹੜੀ ਐਜ਼ ਪੁਰਾਣੇ ਜ਼ਮਾਨੇ ਬਣੀ ਹੈ, ਐਜ਼ ਇਟ ਹੀ ਬਣੀ ਹੈ। ਇਹਦੀ ਕੋਈ ਜਿਹੜੀ ਨਵੀਕਰਨ ਜਿਹੜੇ ਆਪਾਂ ਕੁਛ ਇਹਨੂੰ ਐਦੀ ਜਿਹੜੀ ਧਰੋਹਰ ਹੁੰਦੀ ਹੈ ਕ੍ਰਿਸਚਨਾਂ ਦੀ ਕਮਿਊਨਿਟੀ ਦੀ ਇੱਕ ਧਰੋਹਰ ਇਹਦੀ ਸਾਂਭ ਕੇ ਰੱਖੀ, ਕੀ ਕਾਰਨ ਹੈ? देखिए ये तो हमारे एक साढ़े सेंटिमेंट्स भी है, क्योंकि साढ़े ਜਿਹੜੇ ਪੁਰਖਾ ਹੈ ਉਹ ਬਣਾ ਕੇ ਗਏ ਹੈ ਤੇ ਸਾਡੇ ਵਾਸਤੇ ਬਣਾ ਕੇ ਗਏ, ਕਿਉਂਕਿ ਇੱਥੇ ਪ੍ਰੇਅਰਸ ਵਗੈਰਾ ਕਰਨ ਲਈ ਸਾਡੇ ਲਈ ਜਗ੍ਹਾ ਹੈ। ਸਭ ਤੋਂ ਵੱਡੀ ਗੱਲ ਇਹ ਹੈ। ਤੇ ਦੂਸਰੀ ਗੱਲ ਇਹ ਹੈ ਕਿ ਇਹਨੂੰ ਅਸੀਂ ਇਹਦਾ ਮੇਨਟੇਨੈਂਸ ਜਾਰੀ ਰੱਖਦੇ ਹਾਂ, ਮੇਨਟੇਨ ਕਰਦੇ ਰਹਿੰਦੇ ਇਹਨੂੰ। ਜਿਸ ਤਰ੍ਹਾਂ ਛੱਤ ਉੱਪਰ ਪਹਿਲਾਂ ਸਲੇਟ ਸੀਗੀਆਂ ਉਹ ਖਰਾਬ ਹੋ ਗਈਆਂ, ਸਾਰੀਆਂ ਟੁੱਟ ਗਈਆਂ ਤੇ ਉਹ ਸਾਰੀ ਛੱਤ ਰਿਪੇਅਰ ਕੀਤੀ ਤੇ
ਟਾਈਮ ਟੂ ਟਾਈਮ ਅਸੀਂ ਇਹਦੀ ਕਰਦੇ ਰਹਿੰਦੇ ਹਾਂ ਮੇਨਟੇਨ। ਇੱਕ ਗੱਲ ਹੋਰ ਦੇਖੀ ਗਈ ਹੈ, ਤੁਸੀਂ ਜਿਸ ਗੱਲ ਕੀਤੀ ਵੀ ਇਹਦੀ ਪਹਿਲਾਂ ਸਲੇਟਸ ਹੁੰਦੀਆਂ ਸੀ ਜਿਹੜੀਆਂ ਪੱਥਰੀ ਸਲੇਟ ਪਈ ਜਾਂਦੀ, ਤੁਸੀਂ ਇਹਨੂੰ ਰਿਪੇਅਰ ਕਰਾਈਆਂ। ਅਗਰ ਤੁਸੀਂ ਚਾਹੁੰਦੇ ਤਾਂ ਇਹਨੂੰ ਜਿਹੜੀ ਅੱਜ ਕੱਲ੍ਹ ਤਰ੍ਹਾਂ ਦੀ ਬਿਲਡਿੰਗਾਂ ਜਾਂ ਚਰਚ ਬਣਦੀ, ਤੁਸੀਂ ਉਸ ਤਰ੍ਹਾਂ ਦੀ ਕਿਉਂ ਨਹੀਂ ਬਣਾਈ? ਤੁਸੀਂ ਪਹਿਲਾਂ ਦੱਸਿਆ ਜਾ ਕਿਉਂ ਨਹੀਂ, ਕਾਰਨ? ਉਹ ਤਾਂ ਫਿਰ ਜਿਹੜੀ ਸ਼ੇਪ ਬਣੀ ਹੈ ਉਹੀ ਰਹੇਗੀ, ਉਹ ਤਾਂ ਚੇਂਜ ਨਹੀਂ ਅਸੀਂ ਕਰ ਸਕਦੇ। ਪੁਰਾਣੀ ਬਣਾਈ ਹੋਈ ਸਾਡੀ, ਤੁਹਾਨੂੰ ਦੱਸਿਆ ਤੁਹਾਨੂੰ, ਸਾਡੇ ਪੁਰਖਾਂ ਨੇ ਬਣਾਈ ਹੈ ਤੇ ਸੈਂਟੀਮੈਂਟਸ ਹੈ ਸਾਡੇ, ਅਸੀਂ ਇਹਨੂੰ ਚੇਂਜ ਨਹੀਂ ਕਰ ਸਕਦੇ। ਕਈ ਜਗ੍ਹਾ ਚੇਂਜ ਲੋਕਾਂ ਨੇ ਕੀਤੀ ਹੈ ਬਟ ਇੱਥੇ ਅਸੀਂ ਨਹੀਂ ਕੀਤੀ, ਸ਼ੇਪ ਉਹੀ ਰਹਿਣ ਦਿੱਤੀ ਬਿਕੋਜ਼ ਸਾਰੀ ਬਿਲਡਿੰਗ ਫਿਰ ਗਿਰਾਣੀ ਪੈਂਦੀ ਹੈ ਤੇ ਬਿਲਡਿੰਗ ਤਾਂ ਪੁਰਾਣੀ ਹੈ, ਸਟੋਨਸ ਉੱਦਾਂ ਹੀ ਪਏ ਹੈ, ਸਾਰੀ ਇੱਟਾਂ ਵੈਸੇ ਹੀ ਹੈ, ਦਰਵਾਜ਼ੇ ਉਹੀ ਨੇ, ਲੱਕੜ ਉਹੀ ਹੈ। 1836 ਸਾਲ ਦੀ। ਹਾਂਜੀ ਤਦ ਦੀ। ਸੋ ਤੁਸੀਂ ਬਿਲਕੁਲ ਜਿਹੜੇ ਸੈਂਟੀਮੈਂਟ ਦੀ ਗੱਲ ਕੀਤੀ ਗਈ ਹੈ, ਇੱਕ ਰਿਲੀਜਨ ਦੀ ਵੀ ਗੱਲ ਕੀਤੀ ਜਾ ਰਹੀ ਹੈ, ਔਰ ਉਸ ਅੱਜ ਦੇ ਦੌਰ ਦੇ ਵਿੱਚ ਆਪਣੇ ਧਰਮ ਨਾਲ ਜਾਂ ਆਪਣੇ ਸੈਂਟੀਮੈਂਟ ਨਾਲ ਜਿਹੜਾ ਜੁੜਨਾ ਇੱਕ ਬਹੁਤ ਵੱਡੀ ਇੱਕ ਗੱਲ ਹੈਗੀ ਹੈ। ਔਰ ਇਤਿਹਾਸ ਦੀ ਗੱਲ ਕੀਤੀ ਜਾਂਦੀ ਹੈ, ਇਤਿਹਾਸ ਨੂੰ ਸੰਭਾਲਣਾ ਔਰ ਆਪਣੀ ਕਮਿਊਨਿਟੀ ਨਾਲ ਜੁੜਨਾ ਇੱਕ ਬਹੁਤ ਵੱਡੀ ਗੱਲ ਹੈਗੀ ਆ, ਇੱਕ ਬਹੁਤ ਵੱਡਾ ਇੱਕ ਬੜਾ ਇੱਕ ਅਨਮੋਲ ਚੀਜ਼ ਹੁੰਦੀ ਹੈ ਵੀ ਇਹ ਇੱਦਾਂ ਦੀ ਅਨਮੋਲ ਚੀਜ਼ਾਂ ਨੂੰ ਸੰਭਾਲ ਕੇ ਰੱਖਣਾ, ਜਿਹੜੀਆਂ ਪੁਰਖਾਂ ਇੰਨੇ ਸਾਲਾਂ ਤੋਂ ਪੁਰਾਣੀ ਚੱਲੀ ਆ ਰਹੀ ਹੈ। 1836 ਸਾਲ ਦੀ ਗੱਲ ਕੀਤੀ ਜਾ ਰਹੀ ਹੈ ਵੀ ਇਹਨੂੰ ਸੰਭਾਲਣਾ ਇੱਕ ਬੜੇ ਇੱਕ ਮਾਇਨੇ ਗੱਲ ਹੈ। ਜਿਹੜਾ ਖਰਚਾ ਆਉਂਦਾ ਹੈ ਤੇ ਪੁਰਾਣੀ ਚੀਜ਼ਾਂ ਨੂੰ ਜਿਹੜਾ ਸੰਭਾਲ ਹੁੰਦੀ ਹੈ ਉਹ ਸਭ ਤੋਂ ਜ਼ਿਆਦਾ ਖਰਚਾ ਆਉਂਦਾ, ਜਿਹੜੀ ਨਵੀਂ ਚੀਜ਼ਾਂ ਨਾਲ ਸੰਭਾਲ ਜਿਹੜੀ ਹੁੰਦੀ ਉਹ ਘੱਟ ਹੁੰਦੀ ਹੈ, ਕਿ ਪੁਰਾਣੀ ਚੀਜ਼ਾਂ ਦਾ ਜਿਹੜਾ ਖਰਚਾ ਨਾ ਬਹੁਤ ਜ਼ਿਆਦਾ ਹੁੰਦਾ। ਗੱਲਬਾਤ ਦੁਆਰਾ ਕਰਦੇ ਹਾਂ, ਕਿੰਨਾ ਖਰਚਾ ਆਉਂਦਾ ਤੁਸੀਂ ਇਹ ਪੁਰਾਣੀ ਚੀਜ਼ਾਂ ਨੂੰ ਸੰਭਾਲਣਾ ਬੜਾ ਔਖਾ ਹੁੰਦਾ ਹੈ? ਹਾਂਜੀ ਇਹ ਤਾਂ ਹੈ। ਹੁਣ ਇੰਨਾ ਤਾਂ ਸਾਨੂੰ ਨਹੀਂ ਪਤਾ ਅਪਰੋਕਸੀਮੇਟਲੀ, ਇਟ ਡਿਪੈਂਡ ਕਰਦਾ ਕਿਹੜੀ ਚੀਜ਼ ਅਸੀਂ ਰਿਪੇਅਰ ਕਰ ਰਹੇ ਹਾਂ ਤਾਂ ਅਕੋਰਡਿੰਗਲੀ ਖਰਚਾ ਜਿੱਦਾਂ ਆਉਂਦਾ ਉਹ ਹੋ ਜਾਂਦਾ। ਜਿੱਦਾਂ ਹੁਣ ਛੱਤ ਰਿਪੇਅਰ ਕੀਤੀ ਹੈ, ਇਹਦੇ 'ਚ ਅਬਾਊਟ 10 ਲੱਖ ਲੱਗ ਗਿਆ ਤੇ ਹੋਰ ਛੋਟੀ ਮੋਟੀ ਚੀਜ਼ਾਂ ਅੰਦਰ ਹੈਗੀਆਂ, ਲੱਕੜ ਵਗੈਰਾ, ਬੈਂਚ ਰਿਪੇਅਰ ਹੁੰਦੇ ਰਹਿੰਦੇ ਹੈ। ਬਾਕੀ ਆਲਮੋਸਟ ਬਸ ਅਪਰੋਕਸੀਮੇਟਲੀ। ਤੁਸੀਂ ਆਹ ਗੱਲ ਕਦੀ ਸੋਚੀ ਨਹੀਂ ਵੀ ਤੁਸੀਂ ਇੰਨਾ ਖਰਚਾ ਕਰਦੇ ਹੋ ਪੁਰਾਣੀ ਚੀਜ਼ 'ਤੇ, ਅਗਰ ਅਸੀਂ ਇਸ ਨੂੰ ਤੁਸੀਂ ਸੈਂਟੀਮੈਂਟ ਦੀ ਦੁਆਰਾ ਗੱਲ ਕੀਤੀ ਹੈ, ਜੇ ਅਸੀਂ ਉਸ ਨੂੰ ਪੂਰਾ ਹੀ ਦੁਆਰਾ ਬਣਾ ਦਈਏ, ਠੀਕ ਹੈ ਤੁਹਾਡੇ ਸੈਂਟੀਮੈਂਟ ਜੁੜੇ ਹੈਗੇ ਆ, ਕਿ ਤੁਹਾਨੂੰ ਕਦੀ ਲੋਕਾਂ ਨੇ, ਤੁਹਾਡੀ ਕਮਿਊਨਿਟੀ ਲੋਕਾਂ ਨੇ ਕਦੀ ਕਿਹਾ ਨਹੀਂ ਵੀ ਇਹਨੂੰ ਤੋੜ ਕੇ ਦੂਜੀ ਤਰ੍ਹਾਂ ਬਣਾ ਦਿਓ? ਕਦੀ ਕਿਹਾ? ਨਹੀਂ, ਇਹ ਨਹੀਂ ਕਹਿੰਦਾ ਕੋਈ ਵੀ। ਸਾਡੇ ਜਿਹੜੇ ਚਰਚ ਦੇ ਲੋਕ ਨੇ ਉਹ ਇਹ ਚਾਹੁੰਦੇ ਨੇ ਵੀ ਜਦ ਕਦੀ ਵੀ ਲੋਕ ਜ਼ਿਆਦਾ ਆਉਣਗੇ ਤਾਂ ਅਸੀਂ ਇਹਨੂੰ ਵੱਡਾ ਕਰਾਂਗੇ, ਵੱਡਾ ਕਰ ਸਕਦੇ ਹਾਂ ਨਾ, ਐਕਸਟੈਂਡ ਕਰ ਸਕਦੇ ਹਾਂ, ਠੀਕ ਹੈ। ਬਟ ਤੋੜਾਂਗੇ ਨਹੀਂ। ਹੋਰ ਚਰਚ ਦੀ ਇਸ ਜਿਹੜੀ ਐਂਗਲੀਕਨ ਚਰਚ ਤੇ ਨਾਮ ਦਿੱਤਾ ਜਾ ਰਿਹਾ, ਤਾਂ ਕਿਸ ਇਹਦੀ ਖਾਸੀਅਤ ਹੋਰ ਕੀ, ਇਸ ਤੋਂ ਇਲਾਵਾ ਕੀ ਖਾਸੀਅਤ ਹੈ ਚਰਚ ਦੀ? ਮੇਨ ਚੀਜ਼ ਤਾਂ ਇਹੀ ਹੈ ਕਿ ਜਿਹੜੇ ਇਹਦੀ ਬੜੀ ਡੈਡੀਕੇਸ਼ਨ ਦੇ ਨਾਲ ਬਣਾਏ ਗਏ ਆ। ਜਿਹੜੇ ਪੁਰਾਣੇ ਬਿਸ਼ਪ ਸੀਗੇ ਸਾਡੇ, ਬ੍ਰਿਟਿਸ਼ਰਸ ਸੀਗੇ, ਉਹਨਾਂ ਨੇ ਬੜੀ ਪ੍ਰੇਜ਼ ਦੇ ਨਾਲ ਤੇ ਡੈਡੀਕੇਸ਼ਨ ਦੇ ਨਾਲ ਇਹਦੀ ਨੀਂਹ ਰੱਖੀ ਤੇ ਅਸੀਂ ਉਹਨੂੰ, ਉਸ ਡੈਡੀਕੇਸ਼ਨ ਨੂੰ ਅਸੀਂ ਜਾਰੀ ਰੱਖਣਾ ਚਾਹੁੰਦੇ ਹਾਂ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਐਂਗਲੀਕਨ ਚਰਚ ਦੀਆਂ, ਜਿਹੜੀਆਂ ਲੁਧਿਆਣਾ ਦੇ ਫਾਊਂਟੇਨ ਚੌਂਕ ਦੇ ਉੱਪਰ ਹੈਗੀਆਂ, ਔਰ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਬਿਲਡਿੰਗ ਦੀਆਂ ਜਿਹੜੀਆਂ ਪੁਰਾਣੀ ਚਰਚ ਹੈਗੀਆਂ। ਤੇ ਮੈਂ ਤੁਹਾਨੂੰ ਦਿਖਾਊਂਗਾ ਵੀ ਜਿਹੜਾ ਉੱਪਰ ਚਰਚ, ਮੈਂ ਤੁਹਾਨੂੰ ਦਿਖਾਊਂਗਾ ਆਪਣੇ ਕੈਮਰਾਮੈਨ ਨੂੰ ਇੱਥੋਂ ਸਾਈਡ ਤੋਂ ਆ ਕੇ ਜਿਹੜੀਆਂ ਤਸਵੀਰਾਂ ਉੱਪਰ ਜਿਹੜੀਆਂ ਚਰਚ ਦੀ ਪੁਰਾਣੀ ਇਤਿਹਾਸ ਹੁੰਦਾ ਹੈ, ਜਦ ਕਿ ਇਸ ਤਰ੍ਹਾਂ ਦੀ ਜਿਹੜੀਆਂ ਬਿਲਡਿੰਗਾਂ ਹੁੰਦੀਆਂ ਬਹੁਤ ਘੱਟ ਦੇਖਣ ਨੂੰ ਮਿਲਦੀਆਂ। ਤੁਸੀਂ ਦੇਖ ਸਕਦੇ ਹੋ ਉੱਪਰ ਜਿਹੜਾ ਇਹਦੇ ਜੀਸਸ ਕ੍ਰਾਈਸਟ ਦਾ ਜਿਹੜੇ ਸਿੰਬਲਸ ਹੁੰਦੇ, ਇਹਨਾਂ ਦੇ ਧਾਰਮਿਕ ਚਿੰਨ੍ਹ ਹੈਗਾ ਆ, ਉਹ ਨਿਸ਼ਾਨ ਜਿਹੜਾ ਹੁੰਦਾ ਉੱਪਰ ਬਿਲਕੁਲ ਹੈਗਾ, ਉੱਪਰ ਦੇਖੋ ਤੁਸੀਂ ਦੇਖ ਸਕਦੇ ਹੋ। ਔਰ ਬਿਲਕੁਲ ਉਹੀ ਜਿਹੜੀ ਇਹਨਾਂ ਦਾ ਪੁਰਾਣੇ ਜ਼ਮਾਨੇ ਜਿਹੜੀ ਜਗ੍ਹਾ ਦਿੱਤੀ ਜਾਂਦੀ ਸੀ, ਨਿਸ਼ਾਨ ਦਿੱਤੇ ਜਾਂਦੇ ਸੀ, ਬਿਲਡਿੰਗਾਂ ਨੂੰ ਬਣਾਏ ਜਾਂਦੇ ਸੀ, ਸੇਮ ਐਜ਼ ਇਟ ਹੀ ਬਿਲਡਿੰਗ ਉਹ 1836 ਸਾਲ ਦੀ ਬਿਲਡਿੰਗ ਐਜ਼ ਇਟ ਹੀ ਚੱਲੀ ਹੈ। ਇਹ 'ਚ ਕੋਈ ਵੀ ਇਹਨਾਂ ਨੇ ਕੋਈ ਇੱਦਾਂ ਦੀ ਚੀਜ਼ ਨਹੀਂ ਐਡ ਕੀਤੀ ਜਿਹੜੀ ਨਵੀਨੀਕਰਨ ਵਾਸਤੇ ਤੁਹਾਨੂੰ ਮਹਿਸੂਸ ਹੁੰਦੀ ਹੋਵੇ। ਸੋ 1836 ਸਾਲ ਦੀ ਜਿੱਦਾਂ ਦੀ ਇਹ ਬਿਲਡਿੰਗ ਬਣੀ ਸੀ, ਜਿੱਦਾਂ ਦੀ ਇਹ ਚਰਚ ਬਣੀ ਸੀ, ਇਹ ਚਰਚ ਐਜ਼ ਇਟ ਉਹੀ ਹੈ। ਸੈਂਟੀਮੈਂਟ ਦੀ ਕਮਿਊਨਿਟੀ ਸੈਂਟੀਮੈਂਟ ਦੀ ਗੱਲ ਕੀਤੀ ਗਈ ਹੈ ਵੀ ਜਿਹੜੇ ਕ੍ਰਿਸਚਨ ਕਮਿਊਨਿਟੀ ਨਾਲ ਜਿਹੜੇ ਲੋਕ ਜੁੜੇ ਸੀ, ਧਾਰਮਿਕ ਜਿਹੜੀ ਇਹਨਾਂ ਨਾਲ ਆਸਥਾ ਜੁੜੀ ਹੈ ਇਸ ਚਰਚ ਨਾਲ, ਤੋਂ ਉਸ ਨੂੰ ਉੱਦਾਂ ਹੀ ਬਣਾਉਣਾ ਚਾਹੁੰਦੇ, ਉੱਦਾਂ ਹੀ ਦੇਖਣਾ ਚਾਹੁੰਦੇ ਆ, ਤਾਂ ਕਿ ਜਿਹੜੇ ਵੀ ਲੋਕ ਇੱਥੇ ਆਉਣ, ਜਿਹੜੇ ਇਸ ਚਰਚ ਨਾਲ ਪੁਰਾਣੇ ਲੋਕ ਜੁੜੇ ਸੀ, ਉਹ ਇਸ ਚਰਚ ਨਾਲ ਉਸੇ ਸੈਂਟੀਮੈਂਟ ਨਾਲ ਆ ਕੇ ਆਪਣੀ ਇਸ ਚਰਚ ਆ ਕੇ ਪ੍ਰੇਅਰ ਕਰਨ। ਜਿਹੜੀ ਪ੍ਰੇਅਰ ਹੁੰਦੀ ਹੈ ਤਕਰੀਬਨ ਰੋਜ਼ ਡੇਲੀ ਪ੍ਰੇਅਰ ਕਰਦੀ ਇੱਥੇ ਚਰਚ ਹੁੰਦੀ ਆ, ਮਾਰਨਿੰਗ ਔਰ ਈਵਨਿੰਗ ਟਾਈਮ, 2 ਟਾਈਮ ਇੱਥੇ ਪ੍ਰੇਅਰ ਕੀਤੀ ਜਾਂਦੀ ਹੈ। ਸੋ ਕ੍ਰਿਸਮਸ ਨੂੰ ਸਿਰਫ 2 ਦਿਨ ਰਹਿ ਗਏ ਆ। ਇਸ ਜਿਹੜੀ ਤਿਆਰੀਆਂ ਹੁੰਦੀਆਂ, ਤੁਹਾਨੂੰ ਦੱਸਦੀ, ਕ੍ਰਿਸਮਸ ਤਿਆਰੀਆਂ ਤਕਰੀਬਨ ਮਹੀਨਾ ਪਹਿਲਾਂ ਹੀ ਸ਼ੁਰੂ ਹੋ ਜਾਂਦੀਆਂ। ਜਿਹੜੇ ਸੌਂਗਸ ਹੁੰਦੇ ਆ, ਭਗਵਾਨ ਯਿਸ਼ੂ ਮਸੀਹ ਜਿਹੜੇ ਸੌਂਗ ਕੀਤੇ ਜਾਂਦੇ ਆ, ਭਜਨ ਗਾਏ ਜਾਂਦੇ ਆ। ਸੋ ਇਸੇ ਜਿਹੜੀ ਭਜਨ ਦੇ ਜਾ ਕੇ ਉਹਨਾਂ ਨੂੰ ਯਾਦ ਕੀਤਾ ਜਾਂਦਾ ਆ। ਸੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਉਸੇ ਸਾਈਡ 'ਤੇ ਦੇਖੋ ਲੋਕ ਬੈਠੇ ਹੋਏ ਆ, ਜਿਹੜੇ ਇੱਕ ਸੌਂਗ ਗਾਉਂਦੇ ਆ, ਭਜਨ ਗਾਉਂਦੇ ਆ, ਭਗਵਾਨ ਯਿਸ਼ੂ ਮਸੀਹ ਨੂੰ ਯਾਦ ਕਰਦੇ ਆ। ਅੱਜ ਦੇ ਦਿਨਾਂ ਦੇ ਵਿੱਚ ਵੀ ਭਗਵਾਨ ਯਿਸ਼ੂ ਮਸੀਹ ਦਾ ਜਿਹੜਾ ਜਨਮ ਹੁੰਦਾ ਆ,
ਤੋ ਉਸ ਨੂੰ ਯਾਦ ਕਰਦੇ ਹੈਗੇ ਆ ਵੀ ਜਿਹੜਾ ਉਸ ਸੰਦੇਸ਼ ਦੇ ਕੇ ਗਏ ਆ ਇਸ ਕਮਿਊਨਿਟੀ ਨੇ, ਕ੍ਰਿਸਚੀਅਨ ਕਮਿਊਨਿਟੀ ਵਾਸਤੇ। ਔਰ ਇੱਕ ਗੱਲ ਕੀਤੀ ਗਈ ਵੀ ਸਰਬੱਤ ਭਲੇ ਵਾਸਤੇ ਉਹਨਾਂ ਨੇ ਬਲੀਦਾਨ ਦਿੱਤਾ, ਇਹ ਵੀ ਗੱਲ ਕੀਤੀ ਗਈ ਸੀ ਵੀ ਸਰਬੱਤ ਭਲੇ ਵਾਸਤੇ ਉਹਨਾਂ ਨੇ ਆਪਣਾ ਬਲੀਦਾਨ ਦਿੱਤਾ ਹੈ। ਸੋ ਅੱਜ ਉਹਨਾਂ ਨੇ ਜਿਹੜੇ ਸੰਦੇਸ਼ ਉਪਦੇਸ਼ ਉਹਨਾਂ ਨੂੰ ਯਾਦ ਕਰਕੇ ਉਹ ਜਿਹੜੇ ਕੈਰਲਸ ਗਾਏ ਜਾਂਦੇ ਹੈ ਇੱਥੇ, ਭਜਨ ਗਾਏ ਜਾਂਦੇ ਹੈਗੇ ਆ। ਤੋ ਉਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ ਫਾਊਂਟੇਨ ਚੌਂਕ ਦੀਆਂ, ਉਸ ਐਂਗਲਿਕ ਚਰਚ ਦੀਆਂ ਜਿਹਦਾ ਇਤਿਹਾਸ 1836 ਸੰਨ ਦਾ ਹੈਗਾ। ਯਾਨੀ ਕਿ ਇਸ ਤਰ੍ਹਾਂ ਦੀ ਜਿਹੜੀ ਪੁਰਾਣੀ ਇਤਿਹਾਸਿਕ ਜਿਹੜੀ ਬਿਲਡਿੰਗ ਹੈਗੀ, ਚਰਚ ਹੈਗੀ ਹੈ, ਉਸ ਧਰੋਹਰ ਨੂੰ ਜਿਹੜੀ ਕਮਿਊਨਿਟੀ ਨੇ ਧਰੋਹਰ ਨੂੰ ਸੰਭਾਲਣਾ, ਇਹ ਵੀ ਇੱਕ ਆਪਣੇ 'ਚ ਇੱਕ ਬੜੀ ਵੱਡੀ ਗੱਲ ਹੈਗੀ ਆ। ਸੋ ਅੱਜ ਦੇ ਦੌਰ ਦੇ ਵਿੱਚ ਇੱਦਾਂ ਦੀਆਂ ਇਤਿਹਾਸਿਕ ਬਿਲਡਿੰਗਾਂ ਨੂੰ ਸੰਭਾਲਣਾ ਵੀ ਇੱਕ ਬਹੁਤ ਵੱਡਾ ਇੱਕ ਕੰਮ ਹੁੰਦਾ ਆ, ਜ਼ਿੰਮੇਵਾਰੀਆਂ ਹੁੰਦੀਆਂ। ਸੋ ਇਸ ਤਰ੍ਹਾਂ ਦੇ ਲੋਕ ਜਿਹੜੇ ਕਮਿਊਨਿਟੀ ਆਪਣੇ ਧਰਮ ਨੂੰ ਇਸ ਵਾਸਤੇ ਜਿਹੜੀਆਂ ਇੱਦਾਂ ਦੀਆਂ ਧਰੋਹਾਂ, ਚਾਹੇ ਕੋਈ ਵੀ ਧਰਮ ਹੋਵੇ, ਸਿੱਖ ਕਮਿਊਨਿਟੀ ਹੋਵੇ, ਹਿੰਦੂ ਕਮਿਊਨਿਟੀ ਹੋਵੇ, ਕ੍ਰਿਸਚਨ ਕਮਿਊਨਿਟੀ ਹੋਵੇ ਜਾਂ ਮੁਸਲਿਮ ਕਮਿਊਨਿਟੀ ਹੋਵੇ, ਧਰਮ ਕੋਈ ਵੀ ਹੋਵੇ, ਲੇਕਿਨ ਜਿਹੜਾ ਆਪਣੀ ਪਹਿਚਾਣ, ਆਪਣੇ ਇਤਿਹਾਸ ਨੂੰ ਬਚਾਉਂਦਾ, ਕੌਮਾਂ ਹਮੇਸ਼ਾ ਉਹੀ ਅੱਗੇ ਵੱਧਦੀਆਂ ਔਰ ਫਲ ਫੁੱਲਦੀਆਂ। ਸੋ ਤੁਹਾਨੂੰ ਅੱਜ ਅਸੀਂ ਦੈਨਿਕ ਸਵੇਰਾ TV ਰਾਹੀਂ ਤੁਹਾਨੂੰ ਅਸੀਂ ਉਸ 1836 ਸੰਨ ਜਿਹੜੀ ਆ ਚਰਚ ਹੈਗੀ, ਤੁਹਾਨੂੰ ਅਸੀਂ ਇਤਿਹਾਸ ਦਿਖਾ ਰਹੇ ਹਾਂ। ਤੁਹਾਨੂੰ ਮੈਂ ਹੁਣ ਅੱਗੇ ਅੰਦਰ ਲਿਜਾਊਂਗਾ ਤਾਂ ਤੁਹਾਨੂੰ ਦਿਖਾਊਂਗਾ ਜਿਹੜਾ ਅੰਦਰ ਜਿਹੜੀ ਪ੍ਰੇਅਰ ਹੁੰਦੀ ਹੈ ਉਹ ਕਿਸ ਤਰ੍ਹਾਂ ਕਰਦੇ ਆ ਔਰ ਕੀ ਇਹਦਾ ਅੰਦਰਲਾ ਸੀਨ। ਆਓ ਤੁਹਾਨੂੰ ਅੱਜ ਅੰਦਰ ਲਿਜਾ ਰਹੇ ਅਸੀਂ। ਸੋ ਆਓ ਤੁਹਾਨੂੰ ਅੱਜ ਅਸੀਂ ਤੁਹਾਨੂੰ ਉਸਲੇ ਅੰਦਰ ਚਰਚ ਦੀ ਤੁਹਾਨੂੰ ਸੀਨ ਦਿਖਾਉਂਦੇ ਹਾਂ ਵੀ ਕਿਹੜਾ ਇਤਿਹਾਸ ਹੈ ਜਿਹੜਾ 1836 ਸੰਨ ਦਾ ਜਿਹੜਾ ਇਤਿਹਾਸ ਹੈ ਇਸ ਚਰਚ ਦਾ। ਆਓ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਇਹਦਾ ਇਤਿਹਾਸ ਕਹੀਏ, ਜਿਹੜਾ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀ ਉਹ ਕਿਸ ਸੰਨ ਦਾ ਸੀ, ਉਹ ਤੁਹਾਨੂੰ ਦਿਖਾਈਏ। ਜਿਹੜਾ ਉਹਦਾ ਇਤਿਹਾਸ ਹੈਗਾ ਇਸ ਚਰਚ ਦਾ, ਐਂਗਲਿਕ ਚਰਚ ਕਿਹਾ ਜਾਂਦਾ ਹੈ। ਉਹਦਾ ਇਤਿਹਾਸ ਦੇਖੋ ਤੁਸੀਂ, ਜਿਹੜਾ ਨੀਂਹ ਪੱਥਰ ਹੈਗਾ, ਤੁਸੀਂ ਦੇਖ ਸਕਦੇ ਤਸਵੀਰਾਂ ਦੇ ਵਿੱਚ ਜਿਹੜਾ ਉਸ ਟਾਈਮ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ, ਉੱਥੇ ਸਾਫ਼ ਸ਼ਬਦਾਂ ਵਿੱਚ ਲਿਖਿਆ ਗਿਆ ਉਸ ਟਾਈਮ ਦੇ ਵਿੱਚ ਜਿਹੜੇ 5th ਬਿਸ਼ਪ ਸੀ ਉਸ ਲਾਹੌਰ ਵੇਲੇ, ਉਸ ਟਾਈਮ ਜਿਹੜਾ ਨੀਂਹ ਪੱਥਰ ਰੱਖਿਆ ਗਿਆ ਸੀ। ਤਰੀਕ ਤੁਹਾਨੂੰ ਦੱਸ ਦਿੰਦੇ ਹਾਂ, ਤਰੀਕ ਹੈਗੀ ਹੈ 25 ਅਕਤੂਬਰ 1836 ਸੰਨ ਨੂੰ, ਯਾਨੀ ਕਿ ਅਕਤੂਬਰ ਮਹੀਨੇ ਦੀ 25 ਤਰੀਕ ਨੂੰ 1836 ਸੰਨ ਰੱਖਿਆ ਗਿਆ ਸੀ। ਇਸ ਚਰਚ ਜਿਹੜੀ ਐਂਗਲਿਕ ਚਰਚ ਨਾਂ 'ਤੇ ਜਾਣੀ ਜਾਂਦੀ ਹੈ, ਉਹਦਾ ਜਿਹੜਾ ਇਤਿਹਾਸ ਹੈ ਇਹ ਉਹ ਤਸਵੀਰਾਂ ਬੋਲਦੀਆਂ ਹੈਗੀਆਂ, ਜਿਹੜਾ ਇਸ ਚਰਚ ਨੂੰ ਸਾਬਤ ਕਰਦਾ ਹੈ। ਜਿਹੜੀ ਚਰਚ ਹੈ, ਐਂਗਲਿਕ ਜੋ ਚਰਚ ਹੈਗੀ ਹੈ, ਇਹ 1836 ਸੰਨ ਦਾ ਇਸ ਚਰਚ ਦਾ ਇਤਿਹਾਸ ਹੈਗਾ। ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਉੱਪਰ ਮੇਰੇ, ਇਹ 1836 ਸੰਨ ਦੀ ਉਸ ਪੁਰਾਤਨ ਜਿਹੜੀ ਧਰੋਹਰ ਹੈਗੀ ਆ 1836 ਸੰਨ ਦੀ, ਜੋ ਜ਼ਮਾਨੇ ਦੇ ਪੁਰਾਣੇ ਜ਼ਮਾਨੇ ਦੇ ਪਹਿਲਾਂ ਬਣਦੀਆਂ ਸੀ, ਇਹ ਉਹ ਇਸ ਤਰ੍ਹਾਂ ਹੀ ਬਣਦੀਆਂ ਸੀ, ਉੱਚੀ ਉੱਚੀ ਬਿਲਡਿੰਗਾਂ ਬਣਦੀਆਂ ਸੀ। ਤੁਹਾਨੂੰ ਦੱਸ ਦਿੰਦੇ ਵੀ ਜਿਹੜੀਆਂ ਉੱਚੀਆਂ ਬਿਲਡਿੰਗਾਂ ਇਸ ਤਰ੍ਹਾਂ ਬਣਦੀਆਂ ਸੀ ਵੀ ਉਹਨਾਂ ਦੀ ਜਿਹੜੀ ਹਾਈਟ ਹੁੰਦੀ ਸੀ ਕਾਫੀ ਉੱਪਰ ਜਾਂਦੀ, ਤਾਂ ਕਿ ਗਰਮੀਆਂ ਵਿੱਚ ਇਸ ਦੀ ਜਿਹੜੀ ਠੰਡ ਰਵੇ ਔਰ ਸਰਦੀਆਂ ਦੀ ਜਿਹੜੀ ਅੰਦਰ ਹੀ ਹੈਗੀ ਆ ਉਹ ਥੋੜ੍ਹਾ ਗਰਮ ਰਵੇ। ਸੋ ਇਹ ਉਹ ਚਰਚ ਹੈਗੀ ਆ ਜਿਹਦਾ ਇਤਿਹਾਸ 1836 ਸੰਨ ਦਾ ਐਂਗਲਿਕ ਚਰਚ ਹੈ, ਲੁਧਿਆਣਾ ਦੇ ਫਾਊਂਟੇਨ ਚੌਂਕ ਦੇ ਵਿੱਚ ਹੈਗੀ ਆ। ਇਹ ਬਾਈਬਲ ਸਾਰੀਆਂ ਤਿਆਰੀ ਕੀਤੀ ਜਾ ਰਹੀਆਂ ਹੈਗੀਆਂ, ਜਿਹੜੀਆਂ ਹੁਣ ਤਿਆਰੀਆਂ ਚੱਲਦੀਆਂ ਹੈਗੀਆਂ ਨੇ ਕਿ 2 ਦਿਨ ਰਹਿ ਗਏ ਹੈਗੇ ਆ ਚਰਚ ਕ੍ਰਿਸਮਸ ਨੂੰ। ਸੋ ਤਿਆਰੀਆਂ ਚੱਲਦੀਆਂ ਹੈਗੀਆਂ ਇਸ ਟਾਈਮ ਇਸ ਚਰਚ ਦੀਆਂ। ਇਤਿਹਾਸ ਤੁਹਾਨੂੰ ਦੱਸਿਆ ਇਸ ਐਂਗਲਿਕ ਚਰਚ ਦਾ, ਔਰ ਇਹ ਉਹ ਜਗ੍ਹਾ ਹੈਗੀ ਹੈ ਜਿੱਥੇ ਪ੍ਰਭੂ ਯਿਸੂ ਮਸੀਹ ਦੀ ਇੱਥੇ ਉਸ ਟਾਈਮ ਮਤਲਬ ਡੇਲੀ ਪ੍ਰੇਅਰ ਹੁੰਦੀ ਹੈ, ਤਾਂ ਤਿਆਰੀ ਕੀਤੀ ਜਾ ਰਹੀਆਂ। ਇਸ 25 ਤਰੀਕ ਨੂੰ ਯਾਨੀ ਕਿ 24 ਤਰੀਕ ਨੂੰ ਇਸ ਚਰਚ ਦੇ ਅੰਦਰ ਹੀ ਸਵੇਰ ਤੋਂ ਹੀ ਰਸ਼ ਹੋ ਜਾਂਦਾ, ਮਾਰਨਿੰਗ ਤੋਂ ਹੀ ਪ੍ਰੇਅਰ ਸ਼ੁਰੂ ਹੋ ਜਾਂਦੀ ਭਗਵਾਨ ਯਿਸੂ ਮਸੀਹ ਵਾਸਤੇ, ਉਹਦੇ ਆਗਮਨ ਪੂਰਬ ਵਾਸਤੇ ਵੀ ਤਿਆਰੀ ਚੱਲਦੀਆਂ। ਭਗਵਾਨ ਦੇ ਜਿਹੜੇ ਹੁੰਦੇ ਆ ਭਜਨ ਗਾਏ ਜਾਂਦੇ ਆ, ਗੀਤ ਗਾਏ ਜਾਂਦੇ, ਧਾਰਮਿਕ ਗੀਤ ਗਾਏ ਜਾਂਦੇ ਆ। ਸੋ ਤਸਵੀਰਾਂ ਜਿਹੜੀਆਂ ਹੈਗੀਆਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੇ 1836 ਸੰਨ ਦੀ ਜਿਹੜੀ ਇਤਿਹਾਸਿਕ ਚਰਚ ਹੈਗੀ ਹੈ। ਸੋ ਮੈਂ ਦੁਬਾਰਾ ਗੱਲਬਾਤ ਕਰਵਾਊਂਗਾ ਮੈਡਮ ਜੀ ਨੇ ਇੱਥੇ ਜਿਹੜੇ ਸੰਚਾਲਕ ਹੈਗੇ ਆ ਵੀ, ਕਿ ਹੋਰ ਵੀ ਮੈਂ ਕੁਝ ਗੱਲਾਂ ਸੁਣਨ ਮਿਲੀ ਸੀ, ਉਹ ਵੀ ਮੈਂ ਉਸ ਤੋਂ ਜਾਣੂ ਕਰਾਉਣਾ ਚਾਹਾਂਗਾ ਵੀ। ਇੱਕ ਮੈਂ ਮੈਡਮ ਇੱਕ ਗੱਲ ਹੋਰ ਸੁਣੀ ਸੀ ਵੀ ਜਿਹੜੀ ਇਸ ਚਰਚ ਦੇ ਉੱਪਰ ਕਾਫੀ ਕੁਛ ਸੁਣਨ ਨੂੰ ਮਿਲਿਆ ਸੀ ਸਾਨੂੰ ਵੀ लैंड माफिया की गल की गई सी भी इस चर्च ਨੂੰ ਦਬਾਉਣ ਵਾਸਤੇ काफ़ी लैंड माफिया की है। हाँ जी, वो ऐसा है कि
लैंड माफिया बाहर ਦੇ ਲੋਕ ਮਹਿਸੂਸ ਨਹੀਂ ਆ ਸਕਦੇ ਜਦ ਤੱਕ ਅੰਦਰਲੇ ਨਾ ਬੁਲਾਉਣ। ਕਮਿਊਨਿਟੀ ਦੇ ਲੋਕ ਕਮਿਊਨਿਟੀ ਕਈ ਸਾਡੇ ਕਮਿਊਨਿਟੀ ਦੇ ਲੋਕ ਸੀਗੇ ਜਿਨ੍ਹਾਂ ਨੇ ਕੀ ਕਹਿੰਦੇ ਬਾਹਰ ਦੇ ਲੋਕਾਂ ਨੂੰ ਬੁਲਾਇਆ, ਲੈਂਡ ਮਾਫੀਆ ਨੂੰ ਇਨਵਾਈਟ ਕੀਤਾ ਤੇ ਕਾਫੀ ਪ੍ਰੋਬਲਮਸ ਹੈ। ਕਈ ਦਫਾ ਇਹ ਜਗ੍ਹਾ ਦਾ ਸੌਦਾ ਸੁਦਾ ਕੀਤਾ ਲੋਕਾਂ ਨੇ, ਬਟ ਅਸੀਂ ਪੁਲਿਸ ਦਾ ਤੇ ਐਡਮਿਨਿਸਟ੍ਰੇਸ਼ਨ ਦੀ ਹੈਲਪ ਦੇ ਨਾਲ, ਹਾਈ ਕੋਰਟ ਦੀ ਹੈਲਪ ਦੇ ਨਾਲ ਅਸੀਂ ਇਹਨੂੰ ਛੁਡਵਾਇਆ। ਬੜੀ ਅਰਬਾਂ ਦੀ ਅਰਬਾਂ ਤੋਂ ਕਾਫੀ ਪ੍ਰਾਪਰਟੀ ਮੰਨੀ ਜਾਂਦੀ ਹੈ। ਇਹੀ ਕਾਰਨ ਹੈ ਵੀ ਸੈਂਟਰ ਪੁਆਇੰਟ ਬਣਦਾ ਹੈਗਾ। ਬਿਲਕੁਲ ਇਹੀ ਕਾਰਨ ਹੈ ਕਿਉਂਕਿ ਬਹੁਤ ਜਗ੍ਹਾ ਦੀ ਵੈਲਿਊ ਬਹੁਤ ਹੈ ਇਸ ਜਗ੍ਹਾ ਦੀ। ਇਹੀ ਕਾਰਨ ਹੈ ਵੀ ਲੈਂਡ ਕਬਰਿਸਤਾਨ ਹੈਗਾ ਸਾਡਾ ਗ੍ਰੇਵਯਾਰਡ, ਉਹ ਵੀ ਇਹਦਾ ਕ੍ਰਾਈਸਟ ਚਰਚ ਗ੍ਰੇਵਯਾਰਡ ਹੈ। ਉਹ ਵੀ ਇੱਕ ਦੋ ਵਾਰੀ ਕਬਜ਼ਾ ਕੀਤਾ ਕਿਸੇ ਨੇ, ਉਹ ਵੀ ਸਾਡੇ ਹੀ ਆਪਣੀ ਕਮਿਊਨਿਟੀ ਦੇ ਲੋਕਾਂ ਨੇ ਮਿਲ ਕੇ ਕਰਵਾਇਆ, ਹਾਂ ਲੈਂਡ ਮਾਫੀਆ ਨਾਲ। ਉਹ ਵੀ ਅਸੀਂ ਹਾਈ ਕੋਰਟ ਤੋਂ ਛੁਡਵਾਇਆ। ਕਿੰਨੀ ਜਦੋਜਹਿਦ ਕਰਨੀ ਪੈਂਦੀ ਹੈ ਇਸ ਦਰੋਹ ਨੂੰ ਤੁਹਾਨੂੰ ਬਚਾਉਣ ਵਾਸਤੇ? ਕਿੰਨਾ ਤੁਹਾਡਾ ਖਰਚਾ, ਕਿਸ ਤਰ੍ਹਾਂ ਤੁਸੀਂ ਇਹਨੂੰ ਝੇਲਦੇ ਹੋ? ਸਟਰਗਲ ਤਾਂ ਬਹੁਤ ਹੈ, ਲੇਕਿਨ ਸਾਡੇ ਲੋਕ ਹੈਗੇ ਹੈ, ਕਲੀਸਿਆ ਹੈ, ਲੋਕ ਹੈ, ਐਂਡ ਜਿਹੜੇ ਸਾਡੇ ਡਾਕੂਮੈਂਟਸ ਹੈ ਉਹ ਪ੍ਰੂਵ ਕਰਦੇ ਵੀ ਵੀ आर द पीपल हु आर लुकिंग आफ्टर द प्लेस। तो उसकी वजह से इंक्वायरीज़ होती हैं वो हमारे फेवर में हो जाती हैं। सिट बैठी एक दो दफ़ा हमारे फेवर में हुआ, तब करके हमारे हाथ में है अभी तक। बाकी खर्चा तो होता ही है, हर चीज़ में खर्चा तो चलता ही होता ही है। इसमें कुछ दिन रह गए हैं, 2 दिन रह गए हैं। ਕੀ ਸੰਦੇਸ਼ ਹੈ ਪ੍ਰਭੂ ਯਿਸੂ ਮਸੀਹ ਨੇ ਕੀ ਸੰਦੇਸ਼ ਦਿੱਤਾ ਸੀ ਔਰ ਅਸੀਂ ਕਿੰਨਾ ਅਮਲ ਕਰ ਰਹੇ ਹਾਂ ਕਮਿਊਨਿਟੀ ਆਪਣੀ? ਔਰ ਹੁਣ ਜਿਹੜੇ ਤੁਹਾਨੂੰ ਦੇਖ ਰਹੇ ਆ, ਦਰਸ਼ਕ ਦੇਖਦੇ ਹੈਗੇ ਆ ਆਲ ਵਰਲਡ, ਤੁਹਾਨੂੰ ਤੁਸੀਂ ਕੀ ਸੰਦੇਸ਼ਾ ਦੇਣਾ ਚਾਹੁੰਦੇ ਹੋ ਪ੍ਰਭੂ ਯਿਸੂ? ਜਿਹੜਾ ਮੇਨ ਉਹਨਾਂ ਦਾ ਸੰਦੇਸ਼ ਸੀਗਾ ਉਹ ਇਹ ਸੀ ਕਿ ਤੁਸੀਂ ਆਪਣੇ ਪਰਮੇਸ਼ਰ ਨੂੰ ਆਪਣੇ ਪੂਰੇ ਮਨ ਨਾਲ, ਪੂਰੇ ਪ੍ਰਾਣ ਨਾਲ, ਪੂਰੀ ਸ਼ਕਤੀ ਨਾਲ ਪ੍ਰੇਮ ਕਰੋ ਤੇ ਉਹਦੇ ਨਾਲ ਨਾਲ ਤੁਸੀਂ ਇੱਕ ਦੂਜੇ ਨਾਲ, ਆਪਣੇ ਮਨ ਦੇ ਇੱਕ ਦੂਜੇ ਨੂੰ ਪਿਆਰ ਕਰੋ। ਜਿੱਦਾਂ ਤੁਸੀਂ ਆਪਣੇ ਨੂੰ ਸਮਝਦੇ ਹੋ, ਪਿਆਰ ਕਰਦੇ ਹੋ, ਇੱਦਾਂ ਦੂਸਰੋਂ ਨੂੰ ਆਪਣਾ ਸਮਝ ਕੇ ਪਿਆਰ ਕਰੋ। ਇਹ ਮੇਨ ਸੀਗਾ। ਗੱਲਾਂ ਸੁਣਨ ਜਾਂਦੀਆਂ ਸੀ ਕਿਸੇ ਵੇਲੇ ਨਾ ਕੰਟਰੋਵਰਸੀ ਹੁੰਦੀ ਹੈ ਧਰਮ ਨੂੰ ਲੈ ਕੇ ਹੁੰਦੀ ਵੀ। ਇਸ ਤਰ੍ਹਾਂ ਕਿਸ ਤਰ੍ਹਾਂ ਦਾ ਤੁਸੀਂ ਦੇਖਦੇ ਹੋ ਉਸ ਚੀਜ਼ਾਂ ਵੀ ਲੋਕੀ ਕੰਟਰੋਵਰਸੀ ਕਰਦੇ ਆ ਧਰਮ ਨੂੰ, ਵੀ ਜਾ ਕਿ ਸੰਦੇਸ਼ ਇੱਕੋ ਹੀ ਆ, ਪ੍ਰਭੂ ਗੋਡ ਇਜ਼ ਵਨ ਤੇ ਸੰਦੇਸ਼ ਵੀ ਇੱਕੋ ਦਾ ਸਭ ਦਾ। ਤੇ ਕੀ ਆਪਾਂ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਇਸ ਤੋਂ? मैसेज देखिए हर कोई समझदार है ना, हर कोई अपनी अपनी समझ ਦੇ ਨਾਲ ਗੱਲ ਕਰਦਾ ਹੈ। ਸੋ ਸਾਡਾ ਮੈਸੇਜ ਇਹੀ ਹੈ ਕਿ ਜਦ ਪਰਮੇਸ਼ਵਰ ਇੱਕ ਹੈ, ਪਰਮਾਤਮਾ ਇੱਕ ਹੈ, ਤੇ ਅਸੀਂ ਕਿਸ ਵਾਸਤੇ ਅਸੀਂ ਅਲੱਗ-ਅਲੱਗ ਕਿਉਂ ਹਾਂ? ਇੱਕੋ ਹੀ ਪਰਮੇਸ਼ਵਰ ਨੇ ਸਾਰੀ ਮਾਨਵ ਜਾਤੀ ਨੂੰ ਬਣਾਇਆ, ਅਸੀਂ ਉਹਦੇ ਹੱਥ ਦੇ ਬਣਾਏ ਹੋਏ ਸਾਰੇ ਇੱਕੋ ਹੀ ਹੈ, ਇੱਕੋ ਹੀ ਪਰਮੇਸ਼ਵਰ ਹੈ। ਫਿਰ ਮੈਨੂੰ ਸਮਝ ਨਹੀਂ ਆਈ ਕਿ ਇਹ ਚੀਜ਼ ਕਿਉਂ ਹੋ ਰਹੀ ਹੈ। ਮੈਂ ਇਹਦੇ ਵਿੱਚ ਜ਼ਿਆਦਾ ਬੋਲਣਾ ਨਹੀਂ ਚਾਹੁੰਦੀ, ਬਟ ਸਾਡੀ ਸਮਝ 'ਚ ਨਹੀਂ ਆ ਰਿਹਾ ਕਿ ਕਿਉਂ ਹੋ ਰਿਹਾ ਇੱਦਾਂ। what is the reason, what is the cause, root cause of this? so ये होना नहीं चाहिए। ਸੋ ਦੈਨਿਕ ਸਵੇਰਾ ਟੀਵੀ ਤੁਹਾਨੂੰ ਅੱਜ ਅਸੀਂ ਇਤਿਹਾਸ ਦਿਖਾਇਆ, ਤੁਹਾਨੂੰ ਅਸੀਂ ਕੁਝ ਦਿਨ ਰਹਿ ਗਏ ਹੈਗੇ ਆ ਕ੍ਰਿਸਮਸ ਦੇ ਆਉਣ ਵਾਸਤੇ, ਕੁਝ 1-2 ਦਿਨ ਰਹਿ ਗਏ ਆ ਔਰ ਭਗਵਾਨ ਯਿਸੂ ਮਸੀਹ ਦੇ ਜਿਹੜੇ ਕੈਰਲਸ ਗਾਏ ਜਾ ਰਹੇ ਹੈਗੇ ਆ, ਭਜਨ ਗੀਤ ਗਾਏ ਜਾ ਰਹੇ ਹੈਗੇ ਆ ਔਰ ਪ੍ਰਭੂ ਆਗਮਨ ਦੀ ਤਿਆਰੀ ਕੀਤੀ ਜਾ ਰਹੀਆਂ। ਸੋ ਤੁਹਾਨੂੰ ਅਸੀਂ ਅੱਜ ਦੈਨਿਕ ਸਵੇਰਾ ਟੀਵੀ ਦੇ ਤੁਹਾਨੂੰ ਸਮੇਂ-ਸਮੇਂ ਤੁਹਾਨੂੰ ਉਸ ਇਤਿਹਾਸਿਕ ਜਿਹੜੀਆਂ ਆਪਣੀਆਂ ਧਰੋਹਰਾਂ ਹੈਗੀਆਂ, ਪੁਰਾਣੀਆਂ ਬਿਲਡਿੰਗਾਂ ਹੈਗੀਆਂ, ਜਿਸ ਤਰ੍ਹਾਂ ਹੋਰ ਵੀ ਜਿਹੜੀ ਕਾਫੀ ਚੀਜ਼ਾਂ ਹੈ, ਤੁਹਾਨੂੰ ਅਸੀਂ ਰੂਬਰੂ ਕਰਾਉਂਦੇ ਜਾ ਰਹੇ ਹਾਂ। ਤੋ ਅੱਜ ਤੁਹਾਨੂੰ ਅਸੀਂ ਲੁਧਿਆਣਾ ਦੀ ਫਾਊਂਟੇਨ ਚੌਂਕ, ਬੜਾ ਪੌਸ਼ ਏਰੀਆ ਮੰਨਿਆ ਜਾਂਦਾ, ਤੁਹਾਨੂੰ 1836 ਸਾਲ ਦੀ ਐਂਗਲਿਕ ਚਰਚ ਨਾਲ ਤੁਹਾਨੂੰ ਅੱਜ ਰੂਬਰੂ ਕਰਾਇਆ, ਤੁਹਾਨੂੰ ਜਗ੍ਹਾ ਦਿਖਾਈ ਹੈ ਵੀ ਲੋਕੀ ਇੱਥੇ ਆਉਣ ਔਰ ਇਸ ਚਰਚ ਦਾ ਵੀ ਇਤਿਹਾਸ ਦੇਖਣ। ਬੜੀ ਕਾਬਿਲੇ ਤਾਰੀਫ ਹੈ ਇਸ ਕਮਿਊਨਿਟੀ ਦੇ ਲੋਕ, ਇਸ ਜਗ੍ਹਾ ਜਿਨ੍ਹਾਂ ਨੇ ਇਸ ਜਗ੍ਹਾ ਨੂੰ ਲੈਂਡ ਮਾਫੀਆ ਤੋਂ ਵੀ ਬਚਾਇਆ ਔਰ ਆਪਣੀ ਕਮਿਊਨਿਟੀ ਵਾਸਤੇ ਵੀ ਇਸ ਚਰਚ ਨੂੰ ਬਚਾਇਆ ਔਰ ਇਸ ਚਰਚ ਜਿਹੜਾ ਇਤਿਹਾਸ ਹੈਗਾ ਪੁਰਾਣਾ ਉਸ ਨੂੰ ਬਚਾ ਕੇ ਰੱਖਿਆ। ਤੋ ਇਹਨਾਂ ਨੂੰ ਵੀ ਕਾਬਿਲੇ ਤਾਰੀਫ ਇੱਦਾਂ ਦੇ ਲੋਕ ਹੁੰਦੇ ਜਿਹੜੇ ਆਪਣਾ ਇਤਿਹਾਸ ਔਰ ਆਪਣੀ ਕਮਿਊਨਿਟੀ ਦੀ ਚੀਜ਼ਾਂ ਨੂੰ ਬਚਾ ਕੇ ਰੱਖਦੇ ਆ। ਕੈਮਰਾਮੈਨ ਸਨੀ ਮੋਹਤਰਾ ਨਾਲ ਸੰਦੀਪ ਸ਼ਰਮਾ, ਦੈਨਿਕ ਸਵੇਰਾ ਟੀਵੀ, ਲੁਧਿਆਣਾ।